ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਤੁਹਾਡੀ ਪਾਠ ਪੁਸਤਕ ਵੰਨਗੀ ਵਿੱਚ ਦਰਜ ਕਹਾਣੀ ਜਨਮ ਦਿਨ ਕਰਾਂਗੇ, ਜਿਹੜੀ ਕਿ ਪ੍ਰੋਫੈਸਰ ਸਵਿੰਦਰ ਸਿੰਘ ਉੱਪਲ ਦੀ ਲਿਖੀ ਹੋਈ ਹੈ। ਪ੍ਰੋਫੈਸਰ ਸਵਿੰਦਰ ਸਿੰਘ ਉੱਪਲ ਦਾ ਜਨਮ 8 ਅਪ੍ਰੈਲ 1924 ਈਸਵੀ ਨੂੰ ਹੋਇਆ। ਉਹ ਬਹੁਤ ਹੀ ਪ੍ਰਸਿੱਧ ਕਹਾਣੀਕਾਰ ਹੋਏ ਨੇ। ਉਹਨਾਂ ਨੇ ਬਹੁਤ ਸਾਰੇ ਕਹਾਣੀ ਸੰਗ੍ਰਹਿ ਲਿਖੇ, ਜਿਨ੍ਹਾਂ ਵਿੱਚੋਂ ਕੁਝ ਦੇ ਨਾਂ ਹਨ ਕੁੜੀ ਪੋਠੋਹਾਰ ਦੀ, ਢਹਿੰਦੇ ਮੁਨਾਰੇ, ਭਰਾ ਭਰਾਵਾਂ ਦੇ, ਦੁੱਧ ਤੇ ਬੁੱਧ, ਆਪਣਾ ਦੇਸ ਪਰਾਇਆ ਦੇਸ, ਹਾਲਾਂ ਵੀ ਨਾਸ ਨਹੀਂ ਹੋਇਆ, ਲਛਮਣ ਰੇਖਾ, ਕੱਚਾ ਰੰਗ ਕੁਸੁੰਭ ਦਾ, ਵਾਸਾ ਸਵਰਗ ਦਾ ਆਦਿ। ਸੋ ਬਹੁਤ ਹੀ ਪ੍ਰਸਿੱਧ ਕਹਾਣੀਕਾਰ ਹੋਏ ਨੇ ਸਵਿੰਦਰ ਸਿੰਘ ਉੱਪਲ। ਅੱਜ ਅਸੀਂ ਉਹਨਾਂ ਦੀ ਇੱਕ ਕਹਾਣੀ ਜਨਮ ਦਿਨ ਕਰਾਂਗੇ। ਜਨਮ ਦਿਨ ਕਹਾਣੀ ਇੱਕ ਮੱਧ ਵਰਗ, ਜਾਂ ਅਸੀਂ ਕਹਿ ਸਕਦੇ ਹਾਂ ਕਿ ਗਰੀਬ ਪਰਿਵਾਰ ਦੇ ਲੋਕਾਂ ਦੀ ਕਹਾਣੀ ਹੈ, ਜਿਨ੍ਹਾਂ ਦੀਆਂ ਸਦਰਾਂ, ਜਿਨ੍ਹਾਂ ਦੀਆਂ ਉਮੰਗਾਂ ਦਾ ਨਾਸ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ ਇੱਕ ਧਨਾੜ ਵਿਅਕਤੀ ਵੱਲੋਂ। ਸੋ ਜੁਗਲ ਪ੍ਰਸਾਦ ਨਾਂ ਦਾ ਇੱਕ ਵਿਅਕਤੀ ਹੈ, ਜਿਸ ਦੀ 5 ਰੁਪਏ ਤਨਖਾਹ ਵੱਧਦੀ ਹੈ। ਉਹ ਸ਼ੁਰੂ ਤੋਂ ਹੀ ਚਾਹੁੰਦਾ ਸੀ ਕਿ ਉਸਦਾ ਬੱਚਾ ਜਿਹੜਾ ਹੈਗਾ ਉਹ ਅੰਗਰੇਜ਼ੀ ਪੜ੍ਹਾਈ ਜਾਣ ਵਾਲੇ ਸਕੂਲ ਅਤੇ ਨਵੀਆਂ ਵਿਉਂਤਾਂ ਅਨੁਸਾਰ ਚੱਲਣ ਵਾਲੇ ਸਕੂਲ ਵਿੱਚ ਉਸਨੂੰ ਦਾਖਲ ਕਰਵਾਵੇ। ਜਦੋਂ ਹੀ ਉਸਦੀ ਤਨਖਾਹ ਵੱਧਦੀ ਹੈ, ਉਹ ਆਪਣੇ ਬੱਚੇ ਨੂੰ ਅਜਿਹੇ ਸਕੂਲ ਵਿੱਚ ਦਾਖਲ ਕਰਵਾਉਣ ਬਾਰੇ ਸੋਚਦਾ ਹੈ। ਉਹ ਅਕਸਰ ਜਦੋਂ ਵੀ ਇਹੋ ਜਿਹੇ ਸਕੂਲ ਦੇ ਅੱਗੋਂ ਲੰਘਿਆ ਕਰਦਾ ਸੀ ਤਾਂ ਸੋਚਦਾ ਸੀ ਕਿ ਕਿਸ ਤਰ੍ਹਾਂ ਇਹਨਾਂ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਹੈਗੇ ਨੇ, ਜਦੋਂ ਪੜ੍ਹਦੇ ਨੇ ਤਾਂ ਇੱਕ ਵੱਡੇ ਅਫਸਰ ਹੋਣ ਦੇ ਮੌਕੇ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ, ਕਿਉਂਕਿ ਅਜਿਹੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੱਪੜੇ ਪਾਉਣ ਬਾਰੇ, ਊਚ ਨੀਚ ਤੋਂ ਦੇ ਜਿਹੜੇ ਵਿਤਕਰੇ ਨੇ ਉਸ ਤੋਂ ਮੁਕਤ ਰੱਖਿਆ ਜਾਂਦਾ ਹੈ। ਉਹ ਆਪਣੀ ਗੱਲ ਜਿਹੜੀ ਹੈਗੀ ਹੈ ਉਹ ਚੰਗੇ ਤਰੀਕੇ ਨਾਲ ਗੱਲ ਕਰ ਸਕਦੇ ਨੇ, ਕਿਸੇ ਦੇ ਵੀ ਸਾਹਮਣੇ ਆਪਣੀ ਗੱਲ ਰੱਖ ਸਕਦੇ ਨੇ, ਸਹੀ ਗਲਤ ਦੇ ਖਿਲਾਫ ਜਿਹੜਾ ਹੈਗਾ ਉਹ ਬੋਲ ਸਕਦੇ ਨੇ। ਸੋ ਉਹ ਚਾਹੁੰਦਾ ਸੀ ਕਿ ਉਸਦਾ ਬੱਚਾ ਵੀ ਇਸ ਤਰ੍ਹਾਂ ਦੇ ਸਕੂਲ ਵਿੱਚ ਪੜ੍ਹੇ ਅਤੇ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਅਫਸਰ ਬਣੇ। ਪਰ ਨਾਲ ਦੀ ਨਾਲ ਉਹ ਇਹ ਵੀ ਸੋਚਦਾ ਹੈ ਕਿ ਅਜਿਹੇ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਦਿਲ ਤਾਂ ਹਰ ਕਿਸੇ ਦਾ ਕਰਦਾ ਹੈ, ਪਰ ਇਹਨਾਂ ਸਕੂਲਾਂ ਦੀ ਫੀਸ ਅਤੇ ਹੋਰ ਖਰਚੇ ਇੰਨੇ ਹੋ ਜਾਂਦੇ ਹਨ ਕਿ ਆਮ ਵਿਅਕਤੀ ਇਹਨਾਂ ਖਰਚਿਆਂ ਨੂੰ ਨਹੀਂ ਚੁੱਕ ਸਕਦਾ। ਪਰ ਜੁਗਲ ਪ੍ਰਸਾਦ ਆਪਣੇ ਇਰਾਦੇ ਦਾ ਦ੍ਰਿੜ ਸੀ, ਇਸ ਕਰਕੇ ਕਿਸੇ ਤਰ੍ਹਾਂ ਵੀ ਉਹ ਆਪਣੇ ਬੱਚੇ ਨੂੰ ਇਸ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਚਾਹੁੰਦਾ ਸੀ। ਜਦੋਂ ਤਨਖਾਹ ਵੱਧਦੀ ਹੈ ਤਾਂ ਉਹ ਸੋਚਦਾ ਹੈ ਕਿ ਉਸਦੀ ਜਿਹੜੀ ਸ਼ੁਰੂ ਤੋਂ ਇੱਛਾ ਹੈ ਆਪਣੇ ਬੱਚੇ ਨੂੰ ਅਜਿਹੇ ਸਕੂਲ ਵਿੱਚ ਦਾਖਲ ਕਰਵਾਉਣ ਦੀ, ਉਹ ਹੁਣ ਪੂਰੀ ਹੋ ਜਾਵੇਗੀ। ਪਰ ਉਸਦੀ ਪਤਨੀ ਚਾਹੁੰਦੀ ਹੈ ਕਿ ਇਹਨਾਂ ਵਧੀ ਹੋਈ ਤਨਖਾਹ ਦੇ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਜਿਹੜਾ ਹੈ ਉਹ ਚਲਾਇਆ ਜਾਵੇ। ਪਰੰਤੂ ਜਿਹੜੇ ਜੁਗਲ ਪ੍ਰਸਾਦ ਜੀ ਨੇ ਉਹ ਆਪਣੇ ਬੱਚੇ ਨੂੰ ਕਿਸੇ ਤਰ੍ਹਾਂ ਵੀ ਆਪਣੇ ਦੋਸਤਾਂ ਮਿੱਤਰਾਂ ਕੋਲੋਂ ਪੈਸੇ ਇਕੱਠੇ ਕਰਕੇ ਅਜਿਹੇ ਸਕੂਲ ਦੇ ਵਿੱਚ ਦਾਖਲ ਕਰਵਾ ਦਿੰਦੇ ਨੇ। ਹਾਲੇ 1 ਮਹੀਨਾ ਹੋਇਆ ਸੀ, ਜੋਤੀ ਦੇ ਇਮਤਿਹਾਨ ਹੁੰਦੇ ਨੇ, ਜਿਸ ਵਿੱਚ ਜੋਤੀ ਅਵਲ ਦਰਜੇ ਵਿੱਚ ਪਾਸ ਹੁੰਦਾ ਹੈ। ਜੋਤੀ ਦੇ ਪ੍ਰਿੰਸੀਪਲ ਵੱਲੋਂ ਜੁਗਲ ਪ੍ਰਸਾਦ ਨੂੰ ਇੱਕ ਵਧਾਈ ਪੱਤਰ ਭੇਜਿਆ ਜਾਂਦਾ ਹੈ। ਹੁਣ ਜੁਗਲ ਪ੍ਰਸਾਦ ਦੀ ਖੁਸ਼ੀ ਜਿਹੜੀ ਹੈ ਉਹ 7ਵੇਂ ਅਸਮਾਨ 'ਤੇ ਹੁੰਦੀ ਹੈ। ਜੁਗਲ ਪ੍ਰਸਾਦ ਆਪਣੇ ਦੋਸਤਾਂ ਨਾਲ, ਆਪਣੇ ਦਫ਼ਤਰ ਵਿੱਚ ਲੋਕਾਂ ਨਾਲ ਬੜੇ ਮਾਣ ਨਾਲ ਗੱਲ ਕਰਦਾ ਹੈ ਕਿ ਉਸਦਾ ਬੱਚਾ ਇੱਕ ਲਾਇਕ ਬੱਚਾ ਹੈ। ਉਸਦੀ ਮਾਂ ਵੀ ਆਪਣੇ ਆਪ 'ਤੇ ਮਾਣ ਮਹਿਸੂਸ ਕਰਦੀ ਹੈ ਕਿ ਉਸਨੇ ਇਹੋ ਜਿਹਾ
ਪੁੱਤਰ ਪੈਦਾ ਕੀਤਾ ਹੈ ਜਿਹੜਾ ਖਾਨਦਾਨ ਦਾ ਨਾਂ ਰੌਸ਼ਨ ਕਰੇਗਾ। 6 ਮਹੀਨੇ ਲੰਘੇ ਸਨ ਕਿ ਜੁਗਲ ਪ੍ਰਸਾਦ ਨੂੰ ਜੋਤੀ ਇੱਕ ਚਿੱਠੀ ਲਿਆ ਕੇ ਫੜਾਉਂਦਾ ਹੈ, ਜਿਹੜੀ ਕਿ ਉਸਦੇ ਪ੍ਰਿੰਸੀਪਲ ਨੇ ਭੇਜੀ ਹੈ। ਉਸ ਵਿੱਚ ਲਿਖਿਆ ਪੜ੍ਹ ਕੇ ਜੁਗਲ ਪ੍ਰਸਾਦ ਬਹੁਤ ਖੁਸ਼ ਹੁੰਦਾ ਹੈ। ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਉਹ ਜੋਤੀ ਨੂੰ ਆਪਣੀ ਗੋਦੀ ਵਿੱਚ ਚੁੱਕਦਾ ਹੈ ਅਤੇ ਭੱਜ ਕੇ ਰਸੋਈ ਵਿੱਚ ਜਾਂਦਾ ਹੈ, ਜਿੱਥੇ ਉਸ ਦੀ ਪਤਨੀ ਦੇਵਕੀ ਖੜੀ ਹੁੰਦੀ ਹੈ। ਉਸ ਦੀ ਪਤਨੀ ਜੁਗਲ ਪ੍ਰਸਾਦ ਦੀ ਖੁਸ਼ੀ ਨੂੰ ਦੇਖ ਕੇ ਉਸਨੂੰ ਕਹਿੰਦੀ ਹੈ ਕਿ ਇਹੋ ਜਿਹੀ ਕੀ ਗੱਲ ਹੈ ਕਿ ਤੁਸੀਂ ਇੰਨਾ ਖੁਸ਼ ਹੋਏ ਹੋ। ਤਾਂ ਜੁਗਲ ਪ੍ਰਸਾਦ ਉਸਨੂੰ ਕਹਿੰਦਾ ਹੈ ਕਿ ਆਰਾਮ ਨਾਲ ਮੈਂ ਕਮਰੇ ਵਿੱਚ ਬੈਠ ਕੇ ਤੈਨੂੰ ਦੱਸਦਾ ਹਾਂ। ਦੇਵਕੀ ਵੀ ਉਸ ਦੀ ਗੱਲ ਸੁਣਨ ਲਈ ਬਹੁਤ ਉਤਾਵਲੀ ਹੈ ਅਤੇ ਉਸਦੇ ਪਿੱਛੇ ਪਿੱਛੇ ਕਮਰੇ ਵਿੱਚ ਜਾਂਦੀ ਹੈ, ਜਿੱਥੇ ਉਹ ਮੰਜੇ 'ਤੇ ਬੈਠ ਕੇ ਮੁਸਕਰਾਉਂਦਾ ਹੋਇਆ ਦੱਸਦਾ ਹੈ ਕਿ ਜੋਤੀ ਦੇ ਪ੍ਰਿੰਸੀਪਲ ਦਾ ਪੱਤਰ ਆਇਆ ਹੈ, ਚਿੱਠੀ ਆਈ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਐਤਵਾਰ ਨੂੰ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ੍ਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਹਿਰ ਦੇ 94ਵੇਂ ਸਕੂਲ ਦੇ 2 ਲਾਇਕ ਵਿਦਿਆਰਥੀਆਂ ਨੂੰ ਮੰਤਰੀ ਜੀ ਮਿਲਣਾ ਪਸੰਦ ਕਰਨਗੇ ਅਤੇ KG ਜਮਾਤ ਵਿੱਚੋਂ ਸਾਡਾ ਜੋਤੀ ਚੁਣਿਆ ਗਿਆ ਹੈ, ਉਹ ਮੰਤਰੀ ਜੀ ਦੇ ਗਲ ਵਿੱਚ ਹਾਰ ਪਾਵੇਗਾ। ਇਹ ਸੁਣਦਿਆਂ ਹੀ ਜੋਤੀ ਨੂੰ ਜਿਹੜੀ ਉਸਦੀ ਮਾਂ ਹੈ ਦੇਵਕੀ ਹੈ, ਉਹ ਆਪਣੀ ਗੋਦ ਵਿੱਚ ਚੁੱਕ ਲੈਂਦੀ ਹੈ ਅਤੇ ਉਸ ਨੂੰ ਪਿਆਰ ਕਰਦੀ ਹੈ। ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਸ ਖੁਸ਼ੀ ਦੇ ਮੌਕੇ ਵਿੱਚ ਵਿਘਨ ਉਦੋਂ ਪੈਂਦੀ ਹੈ ਜਦੋਂ ਜੁਗਲ ਪ੍ਰਸਾਦ ਅੱਗੇ ਚਿੱਠੀ ਪੜ੍ਹਦਿਆਂ ਦੱਸਦਾ ਹੈ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਜੋਤੀ ਨੂੰ ਕੁਝ ਚੀਜ਼ਾਂ ਦੀ ਲੋੜ ਪਵੇਗੀ। ਉਸ ਵਿੱਚ ਸੀ ਇੱਕ ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਅਤੇ ਇੱਕ ਸੁਨਹਿਰੀ ਹਾਰ। ਜਿਉਂ ਹੀ ਦੇਵਕੀ ਜੁਗਲ ਪ੍ਰਸਾਦ ਤੋਂ ਇਹ ਗੱਲ ਸੁਣਦੀ ਹੈ, ਉਸਦੀ ਖੁਸ਼ੀ ਜਿਸ ਤਰ੍ਹਾਂ ਕਫੂਰ ਹੋ ਜਾਂਦੀ ਹੈ, ਭਾਵ ਉੱਡ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਉਸਨੂੰ ਲੱਗਦਾ ਹੈ ਜਿਸ ਤਰ੍ਹਾਂ ਇੱਕ ਖੁਸ਼ੀਆਂ ਦਾ ਖੇੜਾ ਖਤਮ ਹੋ ਗਿਆ, ਇੱਕਦਮ ਚਿੰਤਾ ਦੇ ਵਿੱਚ ਬਦਲ ਗਿਆ, ਕਲੇਸ਼ ਦੇ ਵਿੱਚ ਬਦਲ ਗਿਆ। ਉਸਨੂੰ ਲੱਗਿਆ ਜਿਸ ਤਰ੍ਹਾਂ ਖੇੜੇ ਦੇ ਮਹਿਲ ਨੂੰ ਉਹ ਦੂਰੋਂ ਦੇਖ ਕੇ ਖੁਸ਼ ਹੋ ਰਹੀ ਸੀ ਅਤੇ ਜਿਉਂ ਹੀ ਉਸਦੇ ਵਿੱਚ ਉਹ ਪੈਰ ਧਰਦੀ ਹੈ, ਅੰਦਰ ਜਾਂਦੀ ਹੈ, ਅਚਾਨਕ ਉਸ ਖੇੜੇ ਦਾ ਦਰਵਾਜ਼ਾ ਜਿਹੜਾ ਹੈ ਉਹ ਬੰਦ ਹੋ ਜਾਂਦਾ ਹੈ। ਬੜਾ ਹੀ ਉਦਾਸ ਉਸਦਾ ਚਿਹਰਾ ਹੁੰਦਾ ਹੈ, ਜਿਸ ਨੂੰ ਦੇਖ ਕੇ ਜੁਗਲ ਪ੍ਰਸਾਦ ਮਤਲਬ ਚਿੰਤਿਤ ਹੋ ਜਾਂਦਾ ਹੈ। ਉਸਨੂੰ ਵਧੀਆ ਨਹੀਂ ਲੱਗਦਾ ਦੇਵਕੀ ਦਾ ਉਹ ਮੁਰਝਾਇਆ ਹੋਇਆ ਚਿਹਰਾ। ਤਾਂ ਦੇਵਕੀ ਉਸਨੂੰ ਕਹਿੰਦੀ ਹੈ ਕਿ ਮੈਂ ਸੋਚਦੀ ਹਾਂ ਕਿ ਇਹਨਾਂ ਸਭ ਚੀਜ਼ਾਂ ਬਾਰੇ ਵਾਸਤੇ ਅਸੀਂ ਪੈਸੇ ਕਿੱਥੋਂ ਲੈ ਕੇ ਆਵਾਂਗੇ। ਅੱਜ ਮਹੀਨੇ ਦੀ 26 ਤਾਰੀਖ ਹੋ ਗਈ ਹੈ, ਘਰ ਵਿੱਚ ਮਸਾਂ 10-12 ਆਨੇ ਪਏ ਨੇ, ਦਾਲ ਸਬਜ਼ੀ ਵੀ ਲਿਆਉਣੀ ਹੈ, ਹਾਲਾਂ ਪਿਛਲੇ ਮਤਲਬ ਮੰਗੇ ਹੋਏ 40 ਵੀ ਨਹੀਂ ਉਤਰੇ। ਤਾਂ ਕਿਸ ਤਰ੍ਹਾਂ ਅਸੀਂ ਇਸ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਾਂਗੇ, ਉਹ ਇਸ ਚਿੰਤਾ ਨੂੰ ਪ੍ਰਗਟਾਉਂਦੀ ਹੈ। ਜਦੋਂ ਜੁਗਲ ਪ੍ਰਸਾਦ ਉਸਦੀ ਇਹ ਗੱਲ ਸੁਣਦਾ ਹੈ ਤਾਂ ਬੜਾ ਮਤਲਬ ਉਸਨੂੰ ਬੁਰਾ ਲੱਗਦਾ ਹੈ। ਉਹ ਇੱਕਦਮ ਦੇਵਕੀ ਨੂੰ ਟੁੱਟ ਕੇ ਪੈ ਜਾਂਦਾ ਹੈ ਕਿ ਤੈਨੂੰ ਖੁਸ਼ੀ ਦਾ ਜਿਹੜਾ ਮੌਕਾ ਹੈ ਉਸਨੂੰ ਜਿਉਣਾ ਨਹੀਂ ਆਉਂਦਾ। ਹਰ ਵਕਤ ਤੇਰੇ ਮੂੰਹ 'ਤੇ ਕਹਿੰਦਾ ਉਦਾਸੀ ਰਹਿੰਦੀ ਹੈ। ਜੇਕਰ ਕੋਈ ਖੁਸ਼ੀ ਦੀ ਖਬਰ ਮਿਲਦੀ ਹੈ ਤਾਂ ਉਸਨੂੰ ਵੀ ਤੂੰ ਜਿਉਣਾ ਨਹੀਂ ਚਾਹੁੰਦੀ। ਪਰ ਜੁਗਲ ਪ੍ਰਸਾਦ ਜਿਹੜਾ ਹੈਗਾ, ਇਹ ਕਿਤੇ ਨਾ ਕਿਤੇ ਉਸਨੂੰ ਵੀ ਪਤਾ ਹੈ ਕਿ ਦੇਵਕੀ ਦੀ ਚਿੰਤਾ ਜਾਇਜ਼ ਹੈ। ਤਾਂ ਉਹ ਦੇਵਕੀ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ, ਮੈਂ ਕਿਸੇ ਤਰੀਕੇ ਨਾਲ ਇਹ ਪੈਸੇ ਜਿਹੜੇ ਹੈਗੇ ਨੇ ਜ਼ਰੂਰ ਇੰਤਜ਼ਾਮ ਇਹਨਾਂ ਦਾ ਕਰਾਂਗਾ। ਇਹ ਦੇਖ ਕੇ ਦੇਵਕੀ ਵੀ ਕਹਿ ਦਿੰਦੀ ਹੈ ਕਿ ਚਲੋ ਮੈਂ ਦੇਖਦੀ ਹਾਂ ਕਿ
ਜਿਹੜੀ ਗੁੱਡੀ ਹੈ ਉਸਦੇ ਬੱਚਿਆਂ ਦੀ ਗੱਲ ਕਰਦੀ ਹੈ, ਜਿਹੜੀ ਗੁੱਡੀ ਹੈ ਉਸਦੀ ਬੁਗਣੀ ਵਿੱਚ ਕਿੰਨੇ ਪੈਸੇ ਨੇ। ਉਹ ਰੋਵੇਗੀ ਜ਼ਰੂਰ, ਕਹਿੰਦੀ ਹੈ ਕਿ ਪਰ ਮੈਂ ਉਸਨੂੰ ਕਿਸੇ ਤਰੀਕੇ ਨਾਲ ਮਨਾ ਲਵਾਂਗੀ। ਦੇਵਕੀ ਦੇ ਉੱਥੋਂ ਜਾਣ ਤੋਂ ਬਾਅਦ ਜੁਗਲ ਪ੍ਰਸਾਦ ਜਿਹੜਾ ਹੈਗਾ ਉਹ ਸੋਚਦਾ ਹੈ ਕਿ ਮੈਂ ਐਵੇਂ ਹੀ ਦੇਵਕੀ 'ਤੇ ਭੜਕ ਗਿਆ, ਕਿਉਂਕਿ ਉਹ ਵੀ ਸਾਡੇ ਬੱਚਿਆਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਹੈ, ਪਰ ਘਰ ਦੀ ਤੰਗੀ ਕਾਰਨ ਉਸਨੂੰ ਹਮੇਸ਼ਾ ਇਸ ਚੀਜ਼ ਦੇ ਵਿੱਚ ਕੰਪਰੋਮਾਈਜ਼ ਜਿਹੜਾ ਹੈਗਾ ਕਰਨਾ ਪੈਂਦਾ ਹੈ। ਉਹ ਸੋਚਦਾ ਹੈ ਕਿ ਉਹ ਵੀ ਕੀ ਕਰੇ, ਉਹ ਹਮੇਸ਼ਾ ਥੋੜ੍ਹੇ ਪੈਸਿਆਂ ਦੇ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕਰਦੀ ਹੈ। ਕਿਸ ਤਰ੍ਹਾਂ ਉਹ ਜਿਹੜਾ ਹੈਗਾ 150 ਰੁਪਏ ਦੇ ਵਿੱਚ 5 ਬੱਚਿਆਂ ਨੂੰ ਪਾਲਦੀ ਹੈ। ਇਹ ਸਾਰਾ ਕੁਝ ਸੋਚ ਕੇ ਜੁਗਲ ਪ੍ਰਸਾਦ ਦੁਖੀ ਹੁੰਦਾ ਹੈ। ਇੰਨੇ ਨੂੰ ਦੇਵਕੀ ਫਿਰ ਵਾਪਸ ਆਉਂਦੀ ਹੈ ਅਤੇ ਕਹਿੰਦੀ ਹੈ ਕਿ ਗੁੱਡੀ ਦੀ ਬੁਗਣੀ ਵਿੱਚੋਂ 7.5 ਆਨੇ ਨਿਕਲੇ ਨੇ ਅਤੇ ਜੋਤੀ ਦੀ ਬੁਗਣੀ ਵਿੱਚੋਂ 12 ਆਨੇ। ਜੁਗਲ ਪ੍ਰਸਾਦ ਸੋਚਦਾ ਹੈ ਕਿ ਵਿਚਾਰੀ ਕਿੰਨੇ ਯਤਨ ਕਰ ਰਹੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕੇ, ਅਤੇ ਸੋਚਦਾ ਹੈ ਕਿ ਸਕੂਲ ਵਾਲਿਆਂ ਨੇ ਅੱਜ ਸਾਨੂੰ ਮੌਕਾ ਦਿੱਤਾ ਹੈ, ਪਰ ਸਕੂਲ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਲਈ ਇਹ ਮੌਕਾ ਇੱਕ ਜ਼ਹਿਮਤ ਬਣ ਗਿਆ ਹੈ। ਇਹ ਸਭ ਕੁਝ ਸੋਚਦੇ ਹੋਏ ਜੁਗਲ ਪ੍ਰਸਾਦ ਦ੍ਰਿੜਤਾ ਨਾਲ ਆਪਣੇ ਆਪ ਨੂੰ ਦਿਲਾਸਾ ਦਿੰਦਾ ਹੋਇਆ ਕਹਿੰਦਾ ਹੈ ਕਿ ਕੋਈ ਗੱਲ ਨਹੀਂ, ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕਰ ਲਾਂਗਾ। ਉਹ ਸੋਚਦਾ ਹੈ ਕਿ ਅੱਜ ਵੀਰਵਾਰ ਹੈ, ਵਿੱਚੋਂ ਦਿਨ ਸ਼ੁੱਕਰਵਾਰ ਅਤੇ ਸ਼ਨਿਚਰਵਾਰ 2 ਰਹਿ ਗਏ ਨੇ। ਇਹ ਸੋਚ ਕੇ ਉਹ ਘਰੋਂ ਬਾਹਰ ਨਿਕਲਦਾ ਹੈ ਕਿਸੇ ਤੋਂ ਪੈਸੇ ਫੜਨ ਲਈ। ਕੋਸ਼ਿਸ਼ ਕਰਦਾ ਹੈ ਆਪਣੇ ਦੋਸਤਾਂ ਮਿੱਤਰਾਂ ਤੋਂ ਪੈਸੇ ਫੜਨ ਲਈ, ਜਿਸ ਨਾਲ ਉਸਨੂੰ ਰੁਪਏ ਦੇ 3 ਨੋਟ ਮਿਲ ਜਾਂਦੇ ਹਨ। ਉਸਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਸਨੇ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਕੀਤੀਆਂ ਹਨ। ਇਹ ਪੈਸੇ ਮੰਗਣ ਲਈ ਉਸਨੂੰ ਕੀ ਕੁਝ ਕਰਨਾ ਪਿਆ ਹੈ, ਇਹ ਉਹ ਸੋਚਦਾ ਹੈ। ਅਤੇ ਜਦੋਂ ਉਹ ਘਰ ਆਉਂਦਾ ਹੈ ਤਾਂ ਉਸਦੀ ਪਤਨੀ ਕਹਿੰਦੀ ਹੈ ਕਿ ਇੱਕ ਫਟੀ ਸਫੇਦ ਚਾਦਰ ਉਸ ਕੋਲ ਪਈ ਹੈ, ਉਸਦੀ ਮੈਂ ਕਮੀਜ਼ ਤਿਆਰ ਕਰ ਦੇਵਾਂਗੀ, ਅਤੇ ਜਿਹੜੀ ਨੀਕਰ ਦਾ ਕੱਪੜਾ ਹੈ ਉਹ ਤੁਹਾਨੂੰ ਬਾਹਰੋਂ ਲਿਆਉਣਾ ਪਏਗਾ ਅਤੇ ਸਵਾਉਣੀ ਪਏਗੀ, ਕਿਉਂਕਿ ਉਹਨੂੰ ਨੀਕਰ ਨਹੀਂ ਸਿਉਣੀ ਆਉਂਦੀ। ਸੋ ਸਾਰੇ ਪੈਸੇ ਇਕੱਠੇ ਕਰਕੇ ਜੁਗਲ ਪ੍ਰਸਾਦ ਜਿਹੜਾ ਹੈਗਾ ਉਹ ਘਰੋਂ ਨਿਕਲਦਾ ਹੈ। ਉਹ ਜੋਤੀ ਨੂੰ ਦੇਖਦਾ, ਉਸਨੂੰ ਜੋਤੀ ਨਹੀਂ ਕਿਸੇ ਪਾਸੇ ਦਿਖਦਾ, ਅਤੇ ਉਹ ਸੋਚਦਾ ਹੈ ਕਿ ਹਨੇਰਾ ਹੋ ਰਿਹਾ, ਜਿਹੜਾ ਇਹ ਕੰਮ ਹੈ ਮੈਂ ਅੱਜ ਦੀ ਅੱਜ ਕਰਾਂ। ਇਸ ਕਰਕੇ ਉਹ ਜੋਤੀ ਨੂੰ ਆਪ ਹੀ ਲੱਭਣ ਤੁਰ ਜਾਂਦਾ ਹੈ। ਜਦੋਂ ਦੇਖਦਾ ਹੈ ਜੋਤੀ ਆਪਣੇ ਦੋਸਤਾਂ ਨਾਲ ਖੇਡ ਰਿਹਾ ਹੁੰਦਾ ਹੈ, ਇਹ ਦੇਖ ਕੇ ਜੁਗਲ ਪ੍ਰਸਾਦ ਸੋਚਦਾ ਹੈ ਕਿ ਬੱਚਿਆਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੁੰਦੀ, ਕਿਸ ਤਰ੍ਹਾਂ ਬੱਚੇ ਆਪਣੀ ਖੁਸ਼ੀ ਦੇ ਵਿੱਚ ਮਗਨ ਰਹਿੰਦੇ ਹਨ। ਉਹਨਾਂ ਨੂੰ ਉਹ ਸੋਚਦਾ ਹੈ ਕਿ ਜੋਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰਨਗੇ, ਪਰ ਉਹ ਸੋਚਦਾ ਵੀ ਕਿ ਬਚਪਨ ਹੁੰਦਾ ਹੀ ਅਜਿਹਾ ਹੈ। ਇਸ ਤਰ੍ਹਾਂ ਉਹ ਅੱਗੇ ਜਾਂਦਾ ਹੈ ਜੋਤੀ ਨੂੰ ਚੁੱਕ ਕੇ, ਅਤੇ ਉਸਦੇ ਲਈ ਬੂਟ, ਜਰਾਬਾਂ ਅਤੇ ਨਿੱਕਰ ਦਾ ਕੱਪੜਾ ਲਿਆ ਕੇ ਜਿਹੜਾ ਨੀਕਰ ਦਾ ਕੱਪੜਾ ਹੈ ਉਹ ਦਰਜੀ ਨੂੰ ਦੇ ਆਉਂਦਾ ਹੈ, ਅਤੇ ਉਸ ਨਾਲ ਸ਼ਨਿਚਰਵਾਰ ਦੇ ਦਿਨ ਦੀ ਜਿਹੜੀ ਹੈਗਾ ਇਕਰਾਰ ਕਰ ਆਉਂਦਾ ਹੈ ਕਿ ਸ਼ਨਿਚਰਵਾਰ ਨੂੰ ਉਹ ਯਾਨੀ ਸ਼ਨੀਵਾਰ ਨੂੰ ਉਹ ਨੀਕਰ ਦਰਜੀ ਉਸਨੂੰ ਦੇ ਦੇਵੇਗਾ। ਸਾਰਾ ਕੁਝ ਲਿਆ ਕੇ ਆਪਣੀ ਪਤਨੀ ਨੂੰ ਫੜਾਉਂਦਾ ਹੈ ਅਤੇ ਦੱਸਦਾ ਹੈ ਕਿ ਉਹ ਸ਼ਨੀਵਾਰ ਨੂੰ ਤੈਅ ਕਰਿਆ ਆ ਕਿ ਦਰਜੀ ਨਾਲ, ਕਿ ਦਰਜੀ ਸ਼ਨੀਵਾਰ ਨੂੰ ਉਹਨਾਂ ਨੂੰ ਨੀਕਰ ਦੇ ਦੇਵੇਗਾ। ਅਤੇ ਇਸ ਤਰ੍ਹਾਂ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਰ ਲੈਂਦੇ ਨੇ। ਜੁਗਲ ਪ੍ਰਸਾਦ ਕੋਸ਼ਿਸ਼ ਕਰਦਾ ਹੈ ਕਿ ਉਹ ਉਸ ਦਿਨ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕੇ, ਇਸ ਕਰਕੇ ਉਹ 2 ਘੰਟੇ ਦੀ ਛੁੱਟੀ ਲੈ ਕੇ ਦਫ਼ਤਰ ਦੇ ਵਿੱਚੋਂ ਜਿਹੜੀ ਨੌਜਵਾਨ ਸਭਾ ਹੈ ਉਸ ਦੇ ਵਿੱਚ ਨਾਗਰਿਕ ਸਭਾ ਹੈ ਜਿਹੜੀ, ਉਸ ਦੇ ਦਫ਼ਤਰ ਜਾਂਦਾ ਹੈ ਤਾਂ ਕਿ ਉਸਨੂੰ ਕਿਸੇ ਤਰ੍ਹਾਂ ਨਾਲ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਸਕੇ। ਪਰ ਉੱਥੇ ਵੱਡੇ ਵੱਡੇ ਲੋਕਾਂ ਨੇ ਆਉਣਾ ਸੀ, ਇਸ ਕਰਕੇ ਜੁਗਲ ਪ੍ਰਸਾਦ ਨੂੰ ਉਹ ਮੌਕਾ ਨਹੀਂ ਮਿਲ ਸਕਿਆ। ਹੁਣ ਐਤਵਾਰ ਦਾ ਦਿਨ ਆਇਆ, ਸਾਰੇ ਟੱਬਰ ਨੇ ਬੜੇ ਚਾਅ ਨਾਲ, ਮਾਣ ਨਾਲ ਜੋਤੀ ਨੂੰ ਤਿਆਰ ਕੀਤਾ ਅਤੇ
ਉਸ ਸਭਾ ਦੇ ਪ੍ਰੋਗਰਾਮ ਦੇ ਵਿੱਚ ਭੇਜਿਆ। ਸ਼ਾਮ ਦਾ ਟਾਈਮ ਹੋਇਆ, ਸਾਰਿਆਂ ਨੂੰ ਇਹ ਇੰਤਜ਼ਾਰ ਸੀ ਕਿ ਕਦੋਂ ਜੋਤੀ ਆ ਕੇ ਸਾਰੀ ਜਿਹੜੀ ਕਹਾਣੀ ਹੈ ਉਹਨਾਂ ਨੂੰ ਦੱਸੇ ਕਿ ਕਿਸ ਤਰ੍ਹਾਂ ਉਸਨੇ ਸਾਰਾ ਪ੍ਰੋਗਰਾਮ ਦੇਖਿਆ ਅਤੇ ਕਿਸ ਤਰ੍ਹਾਂ ਉਸਨੇ ਹਾਰ ਪਾਇਆ। ਸਾਰਾ ਕੁਛ ਉਹ ਉਸਦੇ ਮੂੰਹੋਂ ਸੁਣਨਾ ਚਾਹੁੰਦੇ ਨੇ। ਅਖੀਰ ਦੂਰ ਤੋਂ ਉਹਨਾਂ ਨੇ ਵੇਖਿਆ ਕਿ ਜੋਤੀ ਪ੍ਰਿੰਸੀਪਲ ਨਾਲ ਆ ਰਿਹਾ ਹੈ। ਇਹ ਦੇਖ ਕੇ ਜੁਗਲ ਪ੍ਰਸਾਦ ਨੂੰ ਬੜੀ ਖੁਸ਼ੀ ਹੋਈ। ਉਸਦੀ ਖੁਸ਼ੀ ਦਾ ਅੰਤ ਨਾ ਰਿਹਾ ਕਿ ਕਿਸ ਤਰ੍ਹਾਂ ਪ੍ਰਿੰਸੀਪਲ ਖੁਦ ਉਸਦੇ ਬੱਚੇ ਨੂੰ ਲੈ ਕੇ ਆ ਰਹੀ ਹੈ ਅਤੇ ਉਹ ਮਾਣ ਮਹਿਸੂਸ ਕਰਦਾ ਹੈ ਕਿ ਬੱਚਾ ਉਹਨਾਂ ਦਾ ਹੈ ਹੀ ਇੰਨਾ ਵਧੀਆ ਕਿ ਪ੍ਰਿੰਸੀਪਲ ਖੁਦ ਉਸਨੂੰ ਛੱਡਣਾ ਚਾਹੁੰਦੀ ਹੈ। ਪਰ ਜਿਉਂ ਹੀ ਨੇੜੇ ਆਉਂਦਾ ਹੈ ਜੋਤੀ ਅਤੇ ਉਸਦੇ ਪ੍ਰਿੰਸੀਪਲ ਜੁਗਲ ਪ੍ਰਸਾਦ ਦੇ, ਤਾਂ ਜੁਗਲ ਪ੍ਰਸਾਦ ਦੇਖਦਾ ਹੈ ਕਿ ਜੋਤੀ ਡਿਸਕੋਰੇ ਲੈ ਰਿਹਾ ਹੈ, ਭਾਵ ਰੋ ਰਿਹਾ ਹੈ। ਅਤੇ ਇਹ ਦੇਖ ਕੇ ਜੁਗਲ ਪ੍ਰਸਾਦ ਹੱਕਾ ਬੱਕਾ ਰਹਿ ਗਿਆ ਅਤੇ ਉਸਦੇ ਪ੍ਰਿੰਸੀਪਲ ਨੇ ਇਹ ਦੱਸਿਆ ਕਿ ਮਿਸਟਰ ਜੁਗਲ ਪ੍ਰਸਾਦ ਉਹ ਬੜੇ ਅਫਸੋਸ ਨਾਲ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਤਰ ਨੂੰ ਇਹ ਹਾਰ ਪਾਉਣ ਦਾ ਮਾਣ ਜਿਹੜਾ ਹੈਗਾ ਉਹ ਮਿਲ ਨਹੀਂ ਸਕਿਆ, ਕਿਉਂਕਿ ਸੇਠ ਲਖਪਤ ਰਾਏ ਨੇ ਜੋਤੀ ਦੀ ਥਾਂ ਆਪਣੇ ਪੁੱਤਰ ਦਾ ਨਾਮ ਬਦਲਵਾ ਲਿੱਤਾ। ਉਸਨੇ ਕਿਹਾ ਕਿ ਉਸਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਇਹ ਨਾ ਹੋਣ ਦੇਵੇ, ਪਰ ਚੇਅਰਮੈਨ ਨੂੰ ਆ ਕੇ ਜਿਹੜਾ ਲਖਪਤ ਰਾਏ ਨੇ ਇਹ ਕੰਮ ਕਰ ਲਿਆ। ਇਹ ਗੱਲ ਕਹਿ ਕੇ ਪ੍ਰਿੰਸੀਪਲ ਚਲੀ ਗਈ, ਪਰ ਜੁਗਲ ਪ੍ਰਸਾਦ ਨੂੰ ਇੱਕਦਮ ਇੰਨਾ ਜ਼ਿਆਦਾ ਗੁੱਸਾ ਆਇਆ, ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸਨੂੰ ਲੱਗਿਆ ਜਿਵੇਂ ਉਸਦੀਆਂ ਖੁਸ਼ੀਆਂ ਜਿਹੜੀਆਂ ਸੀ ਚੂਰ ਚੂਰ ਹੋ ਗਈਆਂ ਅਤੇ ਉਹ ਬੜੇ ਹੀ ਗੁੱਸੇ ਨਾਲ ਅਤੇ ਦ੍ਰਿੜਤਾ ਨਾਲ ਕੜਕਿਆ ਅਤੇ ਕਹਿਣ ਲੱਗਾ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ, ਮੇਰੀ ਸੁੱਤੀ ਜ਼ੁਰਤ ਅਤੇ ਦਲੇਰੀ ਦਾ ਜਨਮ ਦਿਨ ਹੈ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸਦਰਾਂ ਅਤੇ ਉਮੰਗਾਂ ਨੂੰ ਲਿਤਾੜਨ ਦੀ ਜ਼ੁਰਤ ਕਰੇਗਾ। ਅਤੇ ਇਸ ਦੇ ਨਾਲ ਹੀ ਦੇਵਕੀ ਅਤੇ ਬਾਕੀ ਬੱਚੇ ਵੀ ਆ ਕੇ ਜੋਤੀ ਨੂੰ ਡਿਸਕੋਰੇ ਭਰਦੇ ਦੇਖਦੇ ਨੇ ਅਤੇ ਉਹਨਾਂ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਜਾਂਦੀਆਂ ਹਨ। ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਸ ਕਹਾਣੀ ਵਿੱਚ ਕਿਸ ਤਰ੍ਹਾਂ ਇੱਕ ਗਰੀਬ ਪਰਿਵਾਰ ਆਪਣੇ ਬੱਚੇ ਦੀ ਛੋਟੀ ਜਿਹੀ ਉਸ ਖੁਸ਼ੀ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰਨ ਵਾਲਾ ਕੰਮ ਕਰਦੇ ਹਨ, ਲੋਕਾਂ ਤੋਂ ਪੈਸੇ ਮੰਗਦੇ ਹਨ, ਪਰ ਅੰਤ ਵਿੱਚ ਇੱਕ ਅਮੀਰ ਵਿਅਕਤੀ ਵੱਲੋਂ ਉਹਨਾਂ ਦੀਆਂ ਖੁਸ਼ੀਆਂ ਦਾ ਗਲਾ ਘੁੱਟ ਦਿੱਤਾ ਜਾਂਦਾ ਹੈ। ਸੋ ਗਰੀਬ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਸਨੂੰ ਪੇਸ਼ ਕੀਤਾ ਗਿਆ ਹੈ ਇਸ ਕਹਾਣੀ ਵਿੱਚ। ਆਸ ਕਰਦੀ ਹਾਂ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ ਅਤੇ ਸਮਝ ਆ ਗਈ ਹੋਵੇਗੀ। ਧੰਨਵਾਦ।